ਕਹਿੰਦਾ ਮਾਮੀ ਵੀ ਉਧਰ ਪਠਾਨ ਮੁਸੇਦੂ ਪਾਕਿਸਤਾਨੀ ਪਠਾਨ ਦੀ ਕੋਈ ਗੱਲਬਾਤ ਸੀਗੀ। ਅਸੀਂ ਇਕੱਠੇ ਬੈਠੇ ਰੂਮ ਦੇ ਵਿੱਚ ਵੀ ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਨਹੀਂ ਪਤਾ ਲੱਗਾ ਵੀ ਕਿਹਨੇ ਮਾਰਿਆ, ਕੀ ਗੱਲਬਾਤ ਹੈ ਪਾਕਿਸਤਾਨੀ ਪਠਾਨ ਦੀ, ਵੀ ਉਹ ਮੁੱਕ ਗਿਆ ਹੈਗਾ ਆ। 30 ਤਰੀਕ ਦਾ ਇਹ ਫੋਨ ਆਇਆ ਆ ਸਾਨੂੰ। ਬਸ 2 ਗੱਲਾਂ ਕੀਤੀਆਂ, ਮਾਮੀ ਮੇਰਾ ਕੋਈ ਪਤਾ ਨਹੀਂ, ਮੇਰੀ ਮੰਮੀ ਦਾ ਤਾਂ ਡੈਡੀ ਦਾ ਖਿਆਲ ਰੱਖਿਓ, ਵੀ ਮੈਂ ਘਰ ਆਵਾਂ ਕਿ ਨਾ ਆਵਾਂ, ਇਹ ਮੈਂ ਕਹਿ ਨਹੀਂ ਕੁਛ ਵੀ ਸਕਦਾ। ਨਾ ਸਾਨੂੰ ਘਰ ਚਾਹੀਦਾ ਤੇ ਨਾ ਸਾਨੂੰ ਕੁਛ ਹੋਰ ਚਾਹੀਦਾ, ਸਾਨੂੰ ਤਾਂ ਸਾਡਾ ਬੱਚਾ ਹੀ ਚਾਹੀਦਾ, ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਹੁਣ ਬਾਕੀ ਤਾਂ ਸਾਨੂੰ ਪਤਾ ਨਹੀਂਗਾ ਵੀ ਕੇਸ ਬੇਸ ਤੇ ਉਹਨਾਂ ਨੇ ਸਜ਼ਾ ਸੁਣਾਤੀ ਆ ਕਿ ਤੇ ਨਹੀਂ ਸੁਣਾਈ ਆ। ਕੰਮ ਔਖਾ ਜਿਹਾ ਬਹੁਤ ਹੋਇਆ ਪਿਆ ਆ। ਰੋਜੀ ਰੋਟੀ ਦੀ ਭਾਲ ਦੇ ਵਿੱਚ ਹਰੇਕ ਬੰਦਾ ਬਾਹਰ ਜਾਂਦਾ ਹੈ ਤਾਂ ਜੋ ਆਪਣਾ ਤੇ ਆਪਣੇ ਪਰਿਵਾਰ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰ ਸਕੇ। ਪਰ ਕਈ ਵਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਸ ਜਾਂਦਾ ਹੈ, ਪਰਿਵਾਰ ਵੀ ਦੁਖੀ ਹੁੰਦਾ ਹੈ ਤੇ ਆਪ ਵੀ ਦੁਖੀ ਹੁੰਦਾ ਹੈ। ਅਸੀਂ ਆਏ ਹਾਂ ਚਰਨਜੀਤ ਸਿੰਘ ਦੇ ਪਿੰਡ, ਜਿਸ ਨੂੰ ਕਿ ਦੁਬਈ ਦੇ ਵਿੱਚ ਸ਼ੂਟ ਦਾ ਆਰਡਰ ਹੋ ਗਿਆ ਹੈ। ਗੱਲਬਾਤ ਕਰਦੇ ਹਾਂ ਉਹਨਾਂ ਦੇ ਮਾਤਾ ਜੀ ਦੇ ਨਾਲ। ਗੱਲਬਾਤ ਕਰਦੇ ਹਾਂ ਚਰਨਜੀਤ ਦੇ ਮਾਤਾ ਜੀ ਦੇ ਨਾਲ, ਜਿਨ੍ਹਾਂ ਦਾ ਬੇਟਾ ਦੁਬਈ ਦੇ ਵਿੱਚ ਇਸ ਟਾਈਮ ਫਸਿਆ ਹੋਇਆ ਹੈ। ਮਾਤਾ ਜੀ, ਦੁਬਈ ਦੇ ਵਿੱਚ ਕਿਵੇਂ ਉਹ ਫਸ ਗਿਆ? ਹਾਂਜੀ, 2020 ਦੇ ਵਿੱਚ ਗਿਆ ਸੀਗਾ ਜੀ, ਤੇ ਦੂਜੇ ਮਹੀਨੇ ਦੀ 17 ਤਰੀਕ ਨੂੰ, ਤੇ ਉੱਥੇ ਰੂਮ ਵਿੱਚ ਪਤਾ ਨਹੀਂ ਕੋਈ ਲੜਾਈ ਝਗੜਾ ਹੋਇਆ, ਖਰੇ ਕੀ ਗੱਲ ਸੀਗੇ, ਤੇ ਰੋਜੇ ਚੱਲਦੇ ਸੀਗੇ। ਤੇ ਬਾਕੀ ਉਹਨਾਂ ਦੇ ਲੜਾਈ ਝਗੜੇ ਦਾ ਸਾਨੂੰ ਕੋਈ ਪਤਾ ਨਹੀਂ ਇੰਨੀ ਲੰਮੀ ਗੱਲ ਦਾ। ਤੇ 15 ਤਰੀਕ ਸੀਗੀ ਇਹਦੀ ਹੁਕਮ ਦੀ, ਤੇ 15 ਤਰੀਕ ਤੋਂ ਪਹਿਲਾਂ ਇੱਕ ਵਾਰੀ ਫੋਨ ਆਇਆ ਸੀਗਾ, ਤੇ ਦੂਜੀ ਵਾਰੀ ਫੇਰ ਆਇਆ 15 ਤੋਂ ਬਾਅਦ। ਕਹਿੰਦਾ ਕਿ ਮੰਮੀ ਮੇਰੀ ਤਰੀਕ ਪੈ ਗਈ ਆ। ਤਾਂ ਮੈਂ ਕਿਹਾ ਫਿਰ ਤਰੀਕ 'ਚ ਕੀ ਕਿਹਾ ਤੈਨੂੰ? ਕਹਿੰਦਾ ਵੀ ਤਰੀਕ 'ਤੇ ਮੈਨੂੰ ਲਗਾਏ ਨਹੀਂ ਹੈਗੇ ਆ, ਤਾਂ ਤਰੀਕ ਕਹਿੰਦਾ ਮੈਨੂੰ ਪੇਪਰ ਹੀ ਆਉਣਾ ਆ। ਅੱਛਾ, ਮੈਂ ਕਿਹਾ ਕਿੱਦਾਂ ਦਾ ਪੇਪਰ ਆਇਆ? ਫਿਰ ਦੁਬਾਰਾ ਕਹਿੰਦਾ ਵੀ ਫਿਰ ਮੈਨੂੰ ਫੋਨ ਆਇਆ 30 ਤਰੀਕ ਨੂੰ, ਕਹਿੰਦਾ ਮੰਮੀ ਵੀ ਮੇਰੀ ਤਰੀਕ ਪੇਪਰ 'ਤੇ ਲਿਖਿਆ ਆ ਕਿ ਉਹਨਾਂ ਨੂੰ 1 ਸਾਲ ਦੀ ਸਜ਼ਾ ਆ, ਅਤੇ ਮੈਨੂੰ ਫਿਰ ਗੋਲੀ ਦਾ ਹੁਕਮ ਹੋਇਆ। ਤਾਂ ਮੈਂ ਇੱਦਾਂ ਰੋਣ ਲੱਗ ਪਈ ਹਾਂ, ਰੋਂਦੀ ਰੋਂਦੀ ਤਾਂ ਜਦ ਤੇ ਇਹਦੀ ਮਾਮੀ ਆ ਗਈ। ਤਾਂ ਕਹਿੰਦੀ ਕੀ ਗੱਲ ਤੂੰ ਕਾਹਤੇ ਰੋਂਦੀ ਆ? ਮੈਂ ਕਿਹਾ ਮੈਂ ਰੋਂਦੀ ਤਾਂ ਕੁਛ ਨਹੀਂ, ਮੈਂ ਕਿਹਾ ਚੰਨੀ ਦਾ ਫੋਨ ਆਇਆ ਸੀ, ਕਹਿੰਦੀ ਕੀ ਕਹਿੰਦਾ ਆ? ਤਾਂ ਮੈਂ ਕਿਹਾ ਕੁਛ ਨਹੀਂ, ਕਹਿੰਦਾ ਤਰੀਕ ਪੈ ਗਈ ਆ, ਤਰੀਕ ਦੇਖ ਪੇਪਰ ਹੀ ਆਉਣਾ। ਮੈਂ ਕਿਹਾ ਅੱਛਾ ਪੇਪਰ ਆਉਣਾ। ਤਾਂ ਕਹਿੰਦੀ ਲਿਆ ਮੇਰੇ ਕੋਲ ਫੋਨ ਫੜਾ, ਵੀ ਕੀ ਗੱਲ ਹੋਈ ਆ? ਫਿਰ ਇਹਨੇ ਮੇਰੇ ਕੋਲ ਫੋਨ ਫੜ ਲਿਆ। ਬਾਕੀ ਇਹਨਾਂ ਗੱਲਾਂ 2-3 ਜਿਹੜੀਆਂ ਕੁ ਹੋਈਆਂ ਮੈਨੂੰ ਨਹੀਂ ਪਤਾ ਕੀ ਹੋਈਆਂ ਕੀ ਨਹੀਂ ਹੋਈਆਂ। ਵੀਜ਼ੇ ਕਿਸ 'ਤੇ ਗਿਆ ਸੀ ਉਹ? ਵਰਕ ਪਰਮਿਟ 'ਤੇ ਗਿਆ ਹੈ ਕਿ ਵਿਜ਼ਟਰ ਵੀਜ਼ੇ 'ਤੇ ਗਿਆ ਸੀ ਉੱਧਰ? ਵੀਜ਼ਾ ਤਾਂ ਕੰਪਨੀ 'ਚ ਗਿਆ ਸੀਗਾ ਜੀ। ਕਿੰਨੇ ਲੱਖ ਰੁਪਇਆ ਲੱਗਾ ਹੈਗਾ? 1,15,000 ਲੱਗਾ ਸੀ। ਹਾਂਜੀ, ਤੇ ਬਾਕੀ ਅਸੀਂ ਘਰ ਗਿਰਵੀ ਰੱਖਿਆ ਸੀਗਾ, ਘਰ ਗਿਰਵੀ ਰੱਖ ਕੇ ਤਾਂ ਉਹ ਤੋਰ ਦਿੱਤਾ। ਫਿਰ ਸਾਨੂੰ ਵਿਆਜ ਪੈਣ ਲੱਗ ਪਿਆ। ਵਿਆਜ ਵਾਲੇ ਸਾਨੂੰ ਪੈਸਿਆਂ ਵਾਲੇ ਤੰਗ ਕਰਦੇ ਸੀਗੇ, 2-2 3-3 ਜਿੰਦੇ ਲਾਉਂਦੇ ਸੀਗੇ ਘਰੇ ਆ ਕੇ। ਤਾਂ ਅਸੀਂ ਡਰਦੇ ਇੱਥੇ ਕਈ ਵਾਰੀ ਆ ਜਾਣਾ, ਕਈ ਵਾਰੀ ਕਿੱਦਾਂ। ਫਿਰ ਇਹਨਾਂ ਨੇ ਸੋਚਿਆ ਕਿ ਨਹੀਂ ਇੱਥੇ ਛੁਟਕਾਰਾ, ਨਾ ਪੈਸੇ ਲਿੱਥਣੇ ਆ ਤੁਹਾਡੇ ਕੋਲ, ਅਤੇ ਸਾਰਾ ਅਸੀਂ ਘਰ-ਬਾਰ ਵੇਚ ਕੇ ਤਾਂ ਪੈਸੇ ਲੋਕਾਂ ਦੇ ਦਿੱਤੇ ਅਸੀਂ। ਤਾਂ ਦੇ ਕੇ ਫਿਰ ਇਹ ਭਰਾ ਭਰਜਾਈ ਮੈਨੂੰ ਲੈ ਆਏ ਸੀ ਇੱਥੇ। ਹੁਣ ਅਸੀਂ ਇਹਨਾਂ ਦੀ ਹਵੇਲੀ ਪਸ਼ੂਆਂ ਵਾਲੀ 'ਚ ਰਹਿੰਦੇ ਹਾਂ, ਅਤੇ ਬਾਕੀ ਇਹਨਾਂ ਨੇ ਬਾਕੀ ਪਿੱਛੇ ਪਸ਼ੂ ਲੈ ਗਏ, ਅਤੇ 2 ਕਮਰੇ ਮੈਨੂੰ ਆ ਦਿੱਤੇ। 1 ਸਾਲ ਹੋ ਗਿਆ ਸਾਨੂੰ ਆਇਆ ਨੂੰ ਇੱਥੇ, ਅਤੇ ਬਾਕੀ ਨਹੀਂ ਮੈਨੂੰ ਹੁਣ ਕੁਛ ਵੀ ਪਤਾ। ਇਹਨਾਂ ਨੂੰ ਪਤਾ, ਮਾਮੀ ਨਾਲ ਗੱਲ ਹੋਈ ਸੀ। ਚਰਨਜੀਤ ਦੇ ਮਾਮੀ ਜੀ ਨਾਲ ਗੱਲਬਾਤ ਕਰਦੇ ਹਾਂ। ਤੁਹਾਡੀ ਆਖਰੀ ਵਾਰ ਚਰਨਜੀਤ ਨਾਲ ਕਦੋਂ ਗੱਲ ਹੋਈ? 15 ਮਾਰਚ ਨੂੰ ਹੋਈ ਸੀ ਗੱਲ। ਤਾਂ ਮੈਨੂੰ ਉਹਨਾਂ ਨੇ ਮੈਂ ਫੋਨ ਫੜਿਆ, ਮੈਂ ਕਿਹਾ ਮੇਰੇ ਨਾਲ ਗੱਲ ਕਰਾਂ, ਮੈਂ ਪੁੱਛਦੀ ਵੀ ਕੀ ਗੱਲਬਾਤ ਆ। ਕਹਿੰਦਾ ਮਾਮੀ ਵੀ
ਉਧਰ ਪਠਾਨ ਮੁਸੇਦੂ ਪਾਕਿਸਤਾਨੀ ਪਠਾਨ ਦੀ ਕੋਈ ਗੱਲਬਾਤ ਸੀਗੀ। ਅਸੀਂ ਇਕੱਠੇ ਬੈਠੇ ਰੂਮ ਦੇ ਵਿੱਚ ਵੀ ਮੈਂ ਕਿਹਾ ਕੀ ਹੋਇਆ, ਕਹਿੰਦਾ ਮੈਨੂੰ ਨਹੀਂ ਪਤਾ ਲੱਗਾ ਵੀ ਕਿਹਨੇ ਮਾਰਿਆ, ਕੀ ਗੱਲਬਾਤ ਆ ਪਾਕਿਸਤਾਨੀ ਪਠਾਨ ਦੀ, ਵੀ ਉਹ ਮੁੱਕ ਗਿਆ ਹੈਗਾ ਆ। ਮੈਂ ਕਿਹਾ ਕਿਹਨੇ, ਇਹ ਨਹੀਂ ਕਹਿੰਦਾ ਮੈਨੂੰ ਪਤਾ ਵੀ ਸ਼ਰਾਬ ਸ਼ਰੂਬ ਸੀਗੇ ਖਰਿਆ, ਕਹਿੰਦਾ ਪੀਂਦੇ ਸੀਗੇ, ਉਹ ਪੀਂਦਾ ਸੀਗਾ, ਇਹਨਾਂ ਨਾਲ ਬਹਿਸ ਬਸਈਆ ਹੋ ਗਿਆ, ਰੋਜ਼ੇ ਚੱਲਦੇ ਸੀਗੇ, ਰੋਜ਼ਿਆਂ ਦੇ ਵਿੱਚ ਇਹ ਗੱਲ ਚੱਲੀ ਆ। ਮੈਂ ਕਿਹਾ ਅੱਗੇ, ਕਹਿੰਦਾ ਫਿਰ ਅੱਗੇ ਦੀ ਗੱਲ ਮੈਨੂੰ ਨਹੀਂ ਪਤਾ ਹੈਗਾ ਆ। ਵੀ ਨਾਲ ਦਿਆਂ ਨੂੰ ਹੋ ਗਈ ਸਾਲ ਦੀ ਸਜ਼ਾ, ਮੈਨੂੰ ਗੋਲੀ ਦਾ ਹੁਕਮ ਦੇ ਦਿੱਤਾ ਹੈ। ਟੋਟਲ ਕਿੰਨੇ ਜਣੇ ਸੀਗੇ ਕਮਰੇ ਦੇ ਵਿੱਚ? ਕਮਰੇ ਦੇ ਵਿੱਚ 8 ਜਾਣੇ ਸੀਗੇ, 4 ਦੌੜ ਗਏ, 4 ਮੌਕੇ ਤੇ ਤੇ 3 ਮੁੰਡੇ ਹੋ ਰਹੇ, ਚੌਥਾ ਚਰਨਜੀਤ ਹੈ। ਜਿਹੜੇ 3 ਹੋਰ ਨੇ ਉਹਨਾਂ ਨੂੰ ਕੀ ਸਜ਼ਾ ਹੋਈ ਹੈ? ਉਹਨਾਂ ਨੂੰ ਸਾਲ ਦੀ ਸਜ਼ਾ ਹੋਈ ਹੈ। ਤੇ ਚਰਨਜੀਤ ਨੂੰ ਗੋਲੀ ਮਾਰਨ ਦੀ ਕਿਉਂ ਸਜ਼ਾ ਹੋਈ? ਹੁਣ ਇਸ ਗੱਲ ਦਾ ਵੀ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਕਿਉਂ ਇਹਨੂੰ ਇੰਨੀ ਸਜ਼ਾ ਸੁਣਾਤੀ ਆ। ਇਹਨੇ ਕਿਹੜਾ ਕੋਈ ਜੁਰਮ ਕੀਤਾ? ਜੇ ਜੁਰਮ ਕੀਤਾ ਵੀ ਆ ਤਾਂ ਸਾਨੂੰ ਅਸਲੀਅਤ ਦਾ ਪਤਾ ਲੱਗੇ ਵੀ ਕੀ ਹੋਇਆ ਕੀ ਨਹੀਂ। ਉਹ ਕਹਿੰਦਾ ਮੇਰਾ ਕੋਈ ਜੁਰਮ ਨਹੀਂ ਹੈਗਾ, ਮੈਨੂੰ ਤਾਂ ਉਹਨਾਂ ਨੇ ਜਿਹੜੇ ਪੁਲਿਸ ਵਾਲੇ ਆ ਨਾ ਕੁੱਟਿਆ ਬਹੁਤ ਆ। ਕਹਿੰਦਾ ਉਹਨਾਂ ਨੇ ਮੈਨੂੰ ਲੇਜ਼ਰ ਲਾ ਮਾਰਿਆ ਬਹੁਤ ਜ਼ਿਆਦਾ, ਉਹਨਾਂ ਨੇ ਬਕਾਇਆ ਆ ਮੇਰੇ ਕੋਲ ਵੀ ਮੈਨੂੰ ਵੀ ਤੂੰ ਆਪਣੇ ਮੂੰਹੋਂ ਆਪ ਕਬੂਲ ਕਰ ਵੀ ਹਾਂ ਵੀ ਮੈਂ ਇਹਨਾਂ ਨੂੰ ਮਾਰਿਆ ਆ। ਤਾਂ ਮੈਂ ਕਿਹਾ ਫਿਰ ਤੈਂ ਕੀ ਕਿਹਾ? ਕਹਿੰਦਾ ਕੁੱਟਦੇ ਮੂੰਹ ਤੇ ਤਾਂ ਕੰਧਾਂ ਡਰਦੀਆਂ, ਮੈਂ ਡਰਦੇ ਨੇ ਕਹਿ ਦਿੱਤਾ ਵੀ ਮੈਂ ਮਾਰਿਆ ਆ। ਤਾਂ ਮੈਂ ਕਿਹਾ ਬਾਕੀਆਂ ਨੇ, ਕਹਿੰਦਾ ਉਹਨਾਂ ਨੇ ਜਿਹੜੇ ਇੱਥੇ ਦੇ ਉਹ ਵੀ ਪੰਜਾਬ ਦੇ ਸੀਗੇ, ਇੱਥੇ ਲਾਗੇ ਹੀ ਆ ਨਕੋਦਰ ਸ਼ਹਿਰ ਦੇ ਵਿੱਚ ਦੇ ਰਹਿਣ ਵਾਲੇ ਆ। ਉਹਨਾਂ ਨੇ ਵੀ ਕਿਹਾ ਸੀਗਾ, ਕਹਿੰਦੇ ਕਿ ਅਸੀਂ ਕਹਿੰਦੇ ਆ ਵੀ ਪਠਾਨ ਇਹਨੇ ਮਾਰਿਆ, ਜਿਹੜਾ ਪਠਾਨ ਮਰਿਆ ਆ ਵੀ ਇਹਨੇ ਮਾਰਿਆ, ਅਸੀਂ ਨਹੀਂ ਮਾਰਿਆ ਹੈਗਾ। ਇਸ ਕਰਕੇ ਉਹਨਾਂ ਨੂੰ 7 ਸਾਲ ਦੀ ਸਜ਼ਾ ਦੇ ਦਿੱਤੀ ਹੋਗੀ, ਜਿਹੜੇ ਇਹਨੂੰ ਗੋਲੀ ਦਾ ਹੁਕਮ ਦੇ ਦਿੱਤਾ। ਅਗਵਾਈ ਉਹਨਾਂ ਨੇ ਦੇ ਦਿੱਤੀ ਆ, ਜਿਹੜੇ ਇੰਡੀਅਨ ਆ ਉਹਨਾਂ ਨੇ ਵੀ ਅਗਵਾਈ ਦੇ ਦਿੱਤੀ ਆ। ਹੁਣ ਬਾਕੀ ਤਾਂ ਸਾਨੂੰ ਪਤਾ ਨਹੀਂਗਾ ਵੀ ਕੇਸ ਬੇਸ ਤੇ ਉਹਨਾਂ ਨੇ ਸਜ਼ਾ ਸੁਣਾ ਦਿੱਤੀ ਆ ਕਿ ਤੇ ਨਹੀਂ ਸੁਣਾਈ ਆ। ਕੰਮ ਔਖਾ ਜਿਹਾ ਬਹੁਤ ਹੋਇਆ ਪਿਆ ਆ। ਕਿਸੇ ਨੇਤਾ, ਕਿਸੇ NGO ਦੇ ਨਾਲ ਕੋਈ ਗੱਲ ਹੋਈ ਹੋਵੇ? ਸਾਡੇ ਕੋਲ ਕੋਈ ਨਹੀਂ ਆਇਆ। ਅਵਰਾਜ ਸਾਹਿਬ ਤੱਕ ਗੱਲ ਪਹੁੰਚੀ ਆ, ਅਵਰਾਜ ਸਾਹਿਬ ਕਰੂਗੇ ਜੋ ਕਰਦੇ ਆ। ਉਹਨਾਂ ਨਾਲ ਸਾਡੀ ਗੱਲ ਹੋਈ ਵੀ ਆ, ਸਾਡਾ ਜਵਾਈ ਆ ਉਹਦੇ ਨਾਲ ਗੱਲ ਹੁੰਦੀ ਆ। ਕਹਿੰਦਾ ਨਹੀਂ ਵੀ ਮੈਂ, ਅਵਰਾਜ ਸਾਹਿਬ ਕਹਿੰਦਾ ਮੈਂ ਦੁਬਈ ਇਸ ਟਾਈਮ ਬੈਠਾ, ਮੈਂ ਤੁਹਾਡਾ ਕੇਸ ਦੇਖ ਲਿਆ ਆ, ਕੇਸ ਦੇਖ ਕੇ ਅਸੀਂ ਜ਼ਰੂਰ ਕੋਸ਼ਿਸ਼ ਕੀ ਪੂਰਾ ਐਨ ਜ਼ੋਰ ਲਾਇਆ ਪਿਆ ਆ ਕਿ ਤੁਹਾਡਾ ਮੁੰਡਾ ਵਾਪਸ ਕਰਾਂਗੇ। ਨਾ ਸਾਡੇ ਸ਼ਹਿਰ ਦਾ ਕੋਈ ਪ੍ਰਧਾਨ, ਨਾ ਕੋਈ MC, ਨਾ ਕੋਈ ਨਹੀਂ ਆਇਆ ਹੈਗਾ। ਸਿਰਫ ਅਵਰਾਜ ਸਾਹਿਬ ਨੂੰ ਇੰਨੀ ਦੁਨੀਆ ਦੇ ਵਿੱਚ ਐਡੀ ਬੜੀ ਗੱਲ ਫੈਲ ਰਹੀ ਆ, ਸਾਡੇ ਮਾਲਪੁਰ ਦਾ ਵੀ ਕੋਈ ਪੜਿਆ ਨਹੀਂ ਹੈਗਾ ਆ। ਸਿਰਫ ਅਵਰਾਜ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਪਹੁੰਚਾਂਗੇ, ਜ਼ਰੂਰ ਤੁਹਾਡੀ ਮਦਦ ਕਰਾਂਗੇ। ਕਿਸੇ ਨੇਤਾ, ਕਿਸੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਸਾਹਿਬ ਨੇ ਜਾਂ ਮੋਦੀ ਸਾਹਿਬ ਨੇ ਉਹਨਾਂ ਨਾਲ ਤੱਕ ਗੱਲ ਪਹੁੰਚਾਈ ਹੋਵੇ? ਨਹੀਂ, ਕਿਸੇ ਤਿੱਕਰ ਨਹੀਂ ਗਾ, ਸਿਰਫ ਅਵਰਾਜ ਸਾਹਿਬ ਤਿੱਕਰ ਹੀ ਗੱਲ ਪਹੁੰਚੀ। ਅਸੀਂ ਤਾਂ ਆਪ ਕਹਿੰਦੇ ਮੋਦੀ ਸਾਹਿਬ ਤਿੱਕਰ ਗੱਲ ਜਾਵੇ। ਹਰ ਇੱਕ ਮੀਡੀਆ ਵਾਲਾ ਆਂਦਾ ਇੱਕੋ ਹੀ ਗੱਲ ਕਹਿੰਦੇ ਆ, ਹਰ ਇੱਕ ਮੀਡੀਆ ਵਾਲਾ ਵੀ ਆਂਦਾ ਇਹੋ ਗੱਲ ਕਹਿੰਦੇ ਵੀ ਅਵਰਾਜ ਸਾਹਿਬ ਨਾਲ ਗੱਲ ਕਰੋ। ਇਸ ਤਾਂ ਕਹਿੰਦੇ ਮੋਦੀ ਸਾਹਿਬ ਤਿੱਕਰ ਵੀ ਗੱਲ ਪਹੁੰਚ ਜਾਵੇ, ਉਹੀ ਜਲਦ ਤੋਂ ਜਲਦੀ ਸਾਡਾ ਬੱਚਾ ਘਰ ਆ ਜਾਵੇ। ਪਰ ਹੱਲੇ ਕੋਈ ਵੀ ਸਾਨੂੰ ਪਤਾ ਨਹੀਂ ਲੱਗਦਾ, ਕਿਹੜੀ ਤਰੀਕ ਅਗਲੀ ਨਹੀਂ ਦਿੱਤੀ ਵੀ ਕਿਹੜੀ ਤਰੀਕ ਦਾ ਡਿਸੀਜਨ ਆ ਵੀ ਗੋਲੀ ਮਾਰਨੇ ਦਾ। ਸਿਰਫ ਸਾਨੂੰ ਇੰਨਾ ਪਤਾ ਲੱਗਦਾ 15 ਤਰੀਕ ਨੂੰ ਹੁਕਮ ਹੋਇਆ ਆ, 15 ਤਰੀਕ ਦਾ ਹੁਕਮ ਹੋਇਆ ਆ। ਤੇ ਜੇਲ੍ਹ ਦੇ ਵਿੱਚ ਕਦੋਂ ਦਾ ਬੰਦ ਹੈ? ਸਾਨੂੰ ਤਾਂ ਇੰਨਾ ਨਹੀਂ ਦੱਸਿਆ ਵੀ ਕਿੰਨੀ ਦੇਰ ਦਾ ਬੰਦ ਆ। ਸਾਨੂੰ ਤਾਂ ਇਹੋ ਹੀ ਕਰਦਾ ਸੀ ਝਗੜਾ ਹੋਇਆ ਆ, ਗੱਲ ਕੁਛ ਵੀ ਨਹੀਂ ਆਂਦਾ ਰਿਹਾ। ਪਹਿਲਾਂ ਫੋਨ ਆਂਦਾ ਸੀਗਾ, ਕੁਛ ਨਹੀਂ ਗਾ ਸੀ ਕਿ ਪੈਸੇ ਪਾ, ਘਰ ਨੂੰ ਪੈਸੇ ਦੇਣੇ, ਵਿਆਜ ਦੇ ਪੈਸੇ ਮੈਂ ਪਾ ਦੇਣੇ ਮਾਮੀ, ਮੈਂ ਪਾ ਦੇਣੇ ਮਾਮੀ, ਬਸ ਇੱਦਾਂ ਕਰਦਾ ਰਿਹਾ। 2 ਵਾਰੀ ਆਏ ਆ ਪੈਸੇ, 1 ਵਾਰੀ 2 ਵਾਰੀ ਆਏ ਆ। ਤਾਂ 1 ਵਾਰੀ 10,000 ਆ, 1 ਵਾਰੀ 13,000 ਆਇਆ, ਬਸ ਇੰਨੇ ਆਏ ਪੈਸੇ। ਤਾਂ ਕਹਿੰਦਾ ਨਹੀਂ ਕੁਛ ਵੀ ਨਹੀਂ ਗੱਲ, ਸਾਨੂੰ ਅਸਲੀਅਤ ਗੱਲ ਦੱਸੀ ਨਹੀਂ ਵੀ ਕੀ ਗੱਲ ਆ। ਉਹ ਤਾਂ ਫਿਰ ਜ਼ਿਆਦਾ ਜਦੋਂ ਉਹਨਾਂ ਨੂੰ ਸਜ਼ਾ ਹੋ ਗਈ, ਰੌਲਾ ਰੱਪਾ ਪੈ ਗਿਆ, ਫਿਰ ਪਤਾ ਲੱਗਾ ਵੀ ਮੈਨੂੰ ਗੋਲੀ ਦਾ ਹੁਕਮ 15 ਮਾਰਚ ਨੂੰ ਹੋ ਗਿਆ ਹੈ। ਤਿੰਨਾਂ ਨੂੰ ਸਾਲ ਦੀ ਸਜ਼ਾ ਆ। 3000 ਭੇਜਿਆ, ਬਾਕੀ ਸਾਨੂੰ ਕੁਛ ਨਹੀਂ। ਤੁਹਾਡਾ ਵੀ ਮਨ ਸੀਗਾ ਉਹਨੂੰ ਬਾਹਰ ਭੇਜਣ ਦਾ? ਹਾਂਜੀ, ਉਹਨੂੰ ਵੀ ਸ਼ੌਂਕ ਸੀਗਾ, ਰਹਿੰਦਾ ਵੀ ਇੱਥੇ ਸੀਗਾ। ਇੱਥੋਂ ਹੀ ਮਾਮੀ ਨੇ ਤੋਰਿਆ ਸੀ ਉਹਨੂੰ, ਪਸ਼ੂਆਂ ਨੂੰ ਇੱਥੇ ਪੱਠੇ ਪੁੱਠੇ ਨਾਲ ਪਵਾਉਂਦਾ ਹੁੰਦਾ ਸੀਗਾ। ਇਹਨਾਂ ਨੇ ਤੋਰਿਆ, ਪਹਿਲਾਂ ਤੋਂ ਇੱਥੇ ਰਹਿੰਦਾ ਸੀ। ਕਹਿੰਦਾ ਕਿ ਮਾਮੀ ਮੈਂ ਬਾਹਰ ਜਾਣਾ ਹੈ। ਇਹ ਕਹਿੰਦੀ ਕੋਈ ਨਹੀਂ, ਤੈਨੂੰ ਮੈਂ ਬਾਹਰ ਤੋਰ ਦੇਣਾ। ਤੇ ਇਹਨੇ ਇੱਥੇ ਏਜੰਟ ਦੇ ਥਰੂ ਗੱਲ ਕੀਤੀ ਤੇ ਇੱਥੋਂ ਗਿਆ ਆ। ਮੈਂ ਘਰੋਂ ਵੀ ਨਹੀਂ ਤੋਰਿਆ ਹੈ। ਜਿਹੜੇ ਸੀਗੇ ਪੈਸੇ ਰੱਖ ਕੇ, ਨਹੀਂ ਸਾਤੋਂ ਵਿਆਜ ਵੀ ਉਤਰਿਆ, ਨਹੀਂ ਪੈਸੇ ਉਤਰੇ, ਆਖਰ ਨੂੰ ਅਸੀਂ ਘਰੇ ਦੇ ਦਿੱਤਾ।
ਫਿਰ ਇਹ ਜਦ ਉੱਥੇ ਨਹੀਂ ਪਿੱਛਾ ਛੱਡਦੇ ਸੀ, ਫਿਰ ਮੇਰਾ ਭਰਾ ਤੇ ਭਰਜਾਈ ਇੱਥੇ ਨਹੀਂ ਲੈ ਵੀ ਸਾਨੂੰ ਇਹ 2 ਕਮਰੇ ਦਿੱਤੇ, ਪਿੱਛੇ ਪਸ਼ੂਆਂ ਦਾ ਲੈ ਗਏ ਸੀ। ਹਾਂਜੀ। ਤੇ ਹੁਣ ਤੁਹਾਡਾ ਕੰਮਕਾਰ ਕੀ ਹੈ ਇੱਥੇ, ਰੋਜੀ ਰੋਟੀ? ਕੰਮਕਾਰ ਕੁਛ ਨਹੀਂ, ਦਿਹਾੜੀ ਚੱਲ ਜਾਂਦੇ ਆ। ਇਹਦਾ ਡੈਡੀ, ਮੈਂ ਘਰੇ ਹੁੰਦੀ ਇੱਥੇ, ਇਹਨਾਂ ਨਾਲ ਕੰਮ ਪੱਠਿਆਂ ਪੁੱਠਿਆਂ ਦਾ ਕਰਾ ਦਿੰਦਾ ਬਸ। ਰੋਜੀ ਰੋਟੀ ਦੇ ਵਿੱਚੋਂ ਕਿੰਨਾ ਕੁ ਪੈਸਾ ਆ ਜਾਂਦਾ ਹੈ? 300 ਰੁਪਈਆ ਦਿਹਾੜੀ ਆਉਂਦੀ ਆ ਬਸ, ਉਹਦੇ ਵਿੱਚੋਂ ਨਾ ਸਾਡਾ ਖਰਚਾ ਵੀ ਨਹੀਂ ਪੂਰਾ ਹੁੰਦਾ। 2 ਜਾਣੇ ਕਿਸੇ ਵੇਲੇ ਸਾਰਾ ਖਰਚਾ ਤਾਂ ਇਹੀ ਦਿੰਦੇ, ਕੱਪੜਾ ਲੀੜਾ ਵੀ ਇਹੀ ਇਹਨਾਂ ਦੇ ਸਿਰ 'ਤੇ। ਹੋਰ ਅਸੀਂ ਕਰ ਵੀ ਕੀ ਸਕਦੇ ਹਾਂ, ਕੁਛ ਨਹੀਂ ਹੁਣ ਅਸੀਂ ਕਰ ਸਕਦੇ। ਦੁੱਧ ਪਾਣੀ ਦਾ ਵੀ ਇਹਨਾਂ ਨੇ ਖਰਚਾ ਚੱਕਿਆ। ਮੰਮੀ ਆ ਮੇਰੀ, ਡੈਡੀ ਆ, ਉਹਨਾਂ ਦੇ ਸਿਰ 'ਤੇ ਹੀ ਆ, ਭਰਜਾਈਆਂ ਦੇ ਸਿਰ 'ਤੇ ਹੀ ਆ। ਹੋਰ ਹੈ ਨਹੀਂ ਕੁਛ ਵੀ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਇਹੀ ਮੰਗ ਕਰਦੇ ਵੀ ਸਾਡਾ ਬੱਚਾ ਜਲਦ ਤੋਂ ਜਲਦ ਸਾਡੇ ਕੋਲ ਆ ਜਾਵੇ। ਹੋਰ ਨਾ ਮੈਂ ਥੈਂ ਮੰਗਦੀ, ਨਾ ਮੈਂ ਪੈਸਾ ਮੰਗਦੀ, ਕੁਛ ਨਹੀਂ ਮੈਂ ਮੰਗਦੀ। ਗੱਲਬਾਤ ਕਰਦੇ ਹਾਂ ਚਰਨਜੀਤ ਦੇ ਨਾਨਾ ਜੀ ਦੇ ਨਾਲ। ਬਾਬਾ ਜੀ, ਕਿੰਨੀ ਸਾਲ ਦੀ ਉਮਰ ਸੀ ਜਦੋਂ ਚਰਨਜੀਤ ਬਾਹਰ ਗਿਆ? 20 ਸਾਲ ਦੀ, ਹੁਣ 21ਵਾਂ ਲੱਗਾ। ਕਿਵੇਂ ਲੱਗਾ? 21 ਦਾ। ਤੇ ਤੁਹਾਡੀ ਗੱਲਬਾਤ ਕਦੋਂ ਹੋਈ ਆਖਰੀ ਵਾਰ ਉਹਦੇ ਨਾਲ? ਮੇਰੀ ਕੋਈ ਗੱਲਬਾਤ ਨਹੀਂ ਉਹਦੇ ਨਾਲ ਹੋਈ। ਸਾਡੇ ਤਾਂ ਇਹੀ ਸੀਗਾ ਵੀ ਗਿਆ ਆ ਇੱਥੋਂ, ਅਸੀਂ ਤਾਂ ਚੜਾਇਆ ਬਹੁਤੀ ਨੂੰ ਸੀ, ਬਹੁਤੀ ਦੀ ਬਜਾਏ ਅਸੀਂ ਥੋੜੀ ਤੇ ਵੀ ਜਾਂਦੇ ਲੱਗੇ ਜੀ। ਸਾਡੇ ਨਾਲ ਗੱਲ ਇਹਨਾਂ ਨਾਲ, ਮੇਰੀ ਨੂੰਹ ਨਾਲ 30 ਨੂੰ ਹੋਈ ਆ ਗੱਲ। ਇਹਦੇ ਨਾਲ ਇਹਨੂੰ ਇਹੀ ਦੱਸਿਆ ਉਹਨੂੰ ਆਖਰੀ ਵੀ ਮੇਰੇ ਮਾਂ ਔਰ ਪੀ ਦਾ ਦੋਹਾਂ ਦਾ ਖਿਆਲ ਰੱਖਿਓ ਵੀ ਮੇਰੇ ਨਾਲ ਆਹ ਗੱਲ ਹੋ ਗਈ ਆ, ਹੋਰ ਕੋਈ ਗੱਲ ਨਹੀਂ ਇਹਦੇ ਨਾਲ ਹੋਈ। ਤੁਹਾਨੂੰ ਕੀ ਕਾਰਨ ਪਤਾ ਲੱਗਾ ਉਹਦੇ ਫੜੇ ਜਾਣ ਦਾ? ਸਾਨੂੰ ਤਾਂ ਇਹੀ ਦੱਸਿਆ ਵੀ ਮੈਂ ਉੱਥੇ ਕੋਈ ਅੱਡੇ ਦੇ ਉੱਤੇ ਸ਼ਰਾਬ ਸ਼ਰੂ ਵੇਚਦੇ ਹੋਊਗੀ, ਉੱਥੇ ਲੜਾਈ ਹੋਈ ਵੀ ਇਹ ਪਤਾ ਨਹੀਂ ਵੀ ਉਹਨਾਂ ਤੇ ਬੰਦਾ ਮਰਿਆ ਜਾਂ ਕਿਤੇ ਮਰਿਆ। ਸਾਨੂੰ ਇਸ ਕਹਾਣੀ ਦਾ ਕੋਈ ਪਤਾ ਨਹੀਂ। ਨਾ ਇਹ ਦਾਰੂ ਪੀਂਦਾ, ਦਾਰੂ ਇਹ ਬਿਲਕੁਲ ਨਹੀਂ, ਇੱਥੇ ਵੀ ਨਹੀਂ ਪੀਂਦਾ, ਨਾ ਕੋਈ ਨਸ਼ਾ ਕਰਦਾ, ਨਾ ਕੋਈ ਲੜਾਈ ਝਗੜਾ ਇੱਥੇ ਕਿਸੇ ਨਾਲ ਵੀ ਨਹੀਂ ਸੀ ਇਹਦੇ ਵਿੱਚ। ਅਸੀਂ ਤਾਂ ਸਮਝੀਏ ਵੀ ਸਾਡੇ ਇੱਥੇ ਵੀ ਲੜਾਈ ਝਗੜਾ ਕਰਦਾ ਤਾਂ ਵੀ ਮੋਹਰੇ ਵੀ ਸਾਡਾ ਨਿਆਣਾ ਵੀ ਮੋਹਰੇ ਵੀ ਇਹ ਲੜਾਈ ਝਗੜਾ ਕਰਦਾ, ਇਹਦੇ ਵਿੱਚ ਕੋਈ ਨਹੀਂ ਸੀ। ਇੱਥੇ ਬੜਾ ਸੋਹਣਾ ਰਹਿੰਦਾ, ਬਾਹਰ ਵੀ ਜਿੱਥੇ ਇਹਨਾਂ ਦਾ ਘਰ ਘਾੜ ਸੀਗਾ ਉੱਥੇ ਵੀ ਚੰਗਾ ਰਹਿੰਦਾ ਸੀ। ਹਾਂਜੀ, ਸਾਨੂੰ ਤਾਂ ਗੌਰਮੈਂਟ ਤੇ ਇਹੀ ਮੰਗ ਆ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ, ਕੋਈ ਥੋੜ ਨਹੀਂ। ਸਾਨੂੰ ਤਾਂ ਬੱਚਾ ਚਾਹੀਦਾ। ਸਾਨੂੰ ਜੇ ਮਦਦ ਵੀ ਦੇਣੀ ਆ ਤੇ ਉਹ ਸਾਡਾ ਮੁੰਡਾ ਛਡਾ ਸਕਦੇ। ਹਾਂਜੀ, ਅਸੀਂ ਤਾਂ ਇੰਨੀ ਬੇਨਤੀ ਕਰਾਂਗੇ। ਬਹੁਤ ਸਾਰੇ NGO ਨੇ, ਨੇਤਾ ਨੇ ਜਾਂ ਉਬਰਾਏ ਸਾਹਿਬ ਨੇ, ਤੁਹਾਡੀ ਕਿਸੇ ਨਾਲ ਗੱਲਬਾਤ ਹੋਈ? ਸਾਡੀ ਉਹਨਾਂ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ। ਉਹ ਇੱਥੇ ਹੈ ਨਹੀਂ, ਉਹ ਦੁਬਈ ਆ। ਹਾਂਜੀ, ਉੱਧਰ ਹੀ ਉਹ ਜਿੰਨੀ ਵੀ ਮਦਦ ਉੱਧਰ ਹੀ ਉਹ ਕਰਦੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਉਹ ਸਾਡੇ ਬੱਚੇ ਦੀ ਜਾਨ ਬਚਾ ਦੇਣ। ਹਾਂਜੀ, ਅਸੀਂ ਤਾਂ ਇਹੀ ਉਹਨਾਂ 'ਤੇ ਮੰਗਾਂਗੇ। ਪਹਿਲਾਂ ਵੀ ਲਾਗੇ ਦੇ ਕੋਈ ਮੁੰਡੇ ਆਏ ਨੇ ਬਾਹਰੋਂ ਆਏ ਆ ਮੁੰਡੇ, ਇੱਕ ਸੁਲਤਾਨਪੁਰ ਦਾ ਆ, ਇੱਕ ਮੁੰਡਾ ਪ੍ਰਤਾਪ ਸਿੰਘ ਆ, ਇਹ ਵੀ ਅਟਾਰੀ ਬਾਰਡਰ ਦਾ, ਜਿੱਦਾਂ ਕਿ ਮੈਂ ਅੱਗੇ ਤੁਹਾਨੂੰ ਦੱਸਿਆ। ਉਹਨਾਂ ਨੇ ਤੁਹਾਨੂੰ ਦੱਸਿਆ? ਉਹਨੇ ਫਿਰ ਆ ਕੇ ਉੱਦਣ ਹਿਮਾਚਲ ਹਰਿਆਣੇ ਵਾਲਿਆਂ ਨਾਲ ਬਿਆਨ ਕੀਤੇ ਆ। ਉਹਨੇ ਦੱਸਿਆ ਵੀ ਸਾਡੀ ਆਹ ਹਾਲਤ ਹੈ, ਉੱਧਰ ਜਾ ਕੇ ਵੀ ਸਾਨੂੰ ਕੋਈ ਨਹੀਂ ਪੁੱਛਦਾ। ਚਾਹੇ ਅਸੀਂ ਵੀਜ਼ੇ 'ਤੇ ਗਏ ਆ, ਨਾ ਕੋਈ ਉੱਧਰ ਪੁਲਿਸ ਸਾਡੀ ਸੁਣਾਈ ਕਰਦੀ ਆ, ਮਾਰ ਕੁੱਟ ਕਰਦੇ ਨਜਾਇਜ਼ ਪੁਲਿਸ ਵਾਲੇ, ਰੂਮਾਂ 'ਚ ਚੱਕ ਲਿਜਾਂਦੇ ਆ ਕੰਮ ਤੋਂ ਆਇਆ ਨੂੰ। ਅਤੇ ਉਹ ਕਹਿੰਦਾ ਸਾਡੀ ਬਹੁਤ ਮੰਦੀ ਹਾਲਤ ਹੈ। ਉਹਨੇ ਬਿਆਨ ਆ ਕੇ ਦਿੱਤੇ ਇਹਨਾਂ ਨੂੰ। ਉੱਦਾਂ ਫਿਰ ਅਸੀਂ ਬਿਆਨ ਮੀਡੀਆ ਵਾਲਿਆਂ ਨੂੰ ਵੀ ਕਿਹਾ ਵੀ ਸਾਡੀ ਹੈਲਪ ਜਿੰਨੀ ਵੀ ਹੋ ਸਕਦੀ ਹੈਲਪ ਕਰੋ। ਹਾਂਜੀ, ਅੱਗੇ ਤੁਹਾਡੇ ਮੂਹਰੇ ਵੀ ਸਾਡੀ ਇਹੀ ਬੇਨਤੀ ਆ ਵੀ ਜਿੰਨੀ ਸਾਡੀ ਹੈਲਪ ਤੁਹਾਡੇ ਹੁੰਦੀ ਉਹ ਕਰੋ। ਹਾਂਜੀ ਹਾਂਜੀ, ਅਸੀਂ ਵੀ ਸਰਕਾਰ ਅੱਗੇ ਇਹੀ ਮੰਗ ਕਰਦੇ ਹਾਂ ਕਿ ਕਿਸੇ ਤਰ੍ਹਾਂ ਜਿਹੜਾ ਹੈ ਚਰਨਜੀਤ ਨੂੰ ਦੁਬਈ ਤੋਂ ਲਿਆ ਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇ। ਕੈਮਰਾ ਪਰਸਨ ਵਿਜੇ ਦੇ ਨਾਲ ਜਗਦੀਪ ਸਿੰਘ, ਪੰਜਾਬੀ ਬੁਲਟਨ।